Welcome dear students. This is a lesson for class 12th from section B, poem number 7 on his blindness written by John Milton. Yogita Joshi welcomes you. I work as lecturer in English at Government Senior Secondary Smart School, Panibaga District, Mansa. In this session, we will discuss the complete text of the poem, the meaning of difficult words, and comprehension questions. प्यारे बच्चों, ਸੈਕਸ਼ਨ ਬੀ ਦੀ ਕਵਿਤਾ 7ਵੀਂ ਔਨ ਹਿਸ ਬਲਾਈਂਡਨੈਸ ਵਿੱਚ ਤੁਹਾਡਾ ਸਵਾਗਤ ਹੈ। ਇਹ ਕਵਿਤਾ ਜੌਨ ਮਿਲਟਨ ਦੁਆਰਾ ਲਿਖੀ ਗਈ ਹੈ। ਆਓ ਸਭ ਤੋਂ ਪਹਿਲਾਂ ਜੌਨ ਮਿਲਟਨ ਬਾਰੇ ਹੀ ਜਾਣਦੇ ਹਾਂ। ਲੈਟਸ ਮੀਟ ਦ ਪੋਇਟ। John Milton was an English poet and intellectual who served as a civil servant for the Commonwealth of England under its Council of State and later under Oliver Cromwell. ਬੱਚਿਓ, ਜੌਨ ਮਿਲਟਨ ਅੰਗਰੇਜ਼ੀ ਕਵੀ ਹੋਏ ਹਨ ਤੇ ਬਹੁਤ ਹੀ ਇੰਟੈਲੈਕਚੁਅਲ ਕਿਸਮ ਦੇ ਕਵੀ ਹੋਏ ਹਨ। ਉਹਨਾਂ ਦੇ ਕੰਮ ਬਹੁਤ ਹੀ ਡੂੰਘੇ ਅਰਥਾਂ ਵਾਲੀਆਂ ਕਵਿਤਾਵਾਂ ਦਾ ਸਿਰਜਣ ਦੇ ਤੌਰ 'ਤੇ ਮਸ਼ਹੂਰ ਹੈ। ਕਾਮਨਵੈਲਥ ਦੇ ਸਿਵਲ ਸਰਵੈਂਟ ਵੀ ਰਹੇ ਇੰਗਲੈਂਡ ਦੇ ਵਿੱਚ। ਹੀ ਵਾਜ਼ ਬੋਰਨ ਔਨ 9th December 1608 in United Kingdom and he died on 8th November 1674. His most famous works are Paradise Lost, When I Consider How My Light is Spent, Lycidas, Paradise Regained, etc. Before going into the detail of the text, let's see the meaning of difficult words. Number 1, talent. It refers to Milton's poetic talent. So in this poem, he is talking about his talent. ਇੱਥੇ ਟੈਲੈਂਟ ਦਾ ਮਤਲਬ ਹੈ ਮਿਲਟਨ ਦਾ ਕਵਿਤਾ ਲਿਖਣ ਦਾ ਜੋ ਹੁਨਰ ਸੀ। ਡੈਥ ਟੂ ਹਾਈਡ, ਇਟ ਮੀਨਸ ਮਿਲਟਨ ਫੀਅਰਸ ਦੈਟ if he does not put to proper use of God-given talent of writing poetry, he will have to die a spiritual death. ਇੱਥੇ death to hide ਦਾ ਮਤਲਬ ਹੈ ਮਿਲਟਨ ਇਹ ਮਹਿਸੂਸ ਕਰਦਾ ਹੈ ਕਿ ਅਗਰ ਅੰਨੇ ਹੋ ਜਾਣ ਕਰਕੇ ਉਹ ਕਵਿਤਾਵਾਂ ਨਾ ਲਿਖ ਸਕਿਆ ਤੇ ਲੋਕਾਂ ਦੀ ਤੇ ਪਰਮਾਤਮਾ ਦੀ ਸੇਵਾ ਨਾ ਕਰ ਸਕਿਆ ਤਾਂ ਉਸ ਦੀ ਅਧਿਆਤਮਿਕ ਮ੍ਰਿਤਿੂ ਹੋ ਜਾਏਗੀ। ਸਰੀਰਕ ਮ੍ਰਿਤਿੂ ਨਹੀਂ, ਅਧਿਆਤਮਿਕ ਮ੍ਰਿਤਿੂ। ਬੱਚਿਓ, ਬਾਈਬਲ ਦੇ ਵਿੱਚ ਇਹ ਕਿਹਾ ਜਾਂਦਾ ਹੈ ਕਿ ਪਰਮਾਤਮਾ ਨੇ ਜੋ ਤੁਹਾਨੂੰ ਟੈਲੈਂਟ ਦਿੱਤਾ ਹੈ, ਅਗਰ ਤੁਸੀਂ ਉਸ ਟੈਲੈਂਟ ਨਾਲ ਦੂਸਰਿਆਂ ਦੀ ਸੇਵਾ ਨਹੀਂ ਕਰਦੇ ਤਾਂ ਪਰਮਾਤਮਾ ਨਾਰਾਜ਼ ਹੁੰਦੇ ਹਨ। ਦੈਟ ਇਜ਼ ਵਾਈ ਮਿਲਟਨ ਫੀਅਰਸ ਇਟ। Next is day labor. It means the labor which can be performed only with the light of eyesight. ਉਹ ਮਿਹਨਤ ਜਾਂ ਉਹ ਕੰਮ ਜਿਹੜੇ ਅਸੀਂ ਸਿਰਫ ਅੱਖਾਂ ਦੀ ਰੋਸ਼ਨੀ ਨਾਲ ਹੀ ਕਰ ਸਕਦੇ ਹਾਂ, ਉਸ ਨੂੰ ਡੇ ਲੇਬਰ ਕਿਹਾ ਗਿਆ ਹੈ। Murmur, to say something in a soft quiet voice that is difficult to hear or understand. ਮਰਮਰ ਦਾ ਮਤਲਬ ਹੁੰਦਾ ਹੈ ਬੁਦਬੁਦਾਉਣਾ, ਬਹੁਤ ਹੌਲੀ ਆਵਾਜ਼ ਦੇ ਵਿੱਚ, ਜਿਸ ਨੂੰ ਸੁਣਨਾ ਵੀ ਔਖਾ ਹੈ, ਇੰਨੀ ਹੌਲੀ ਆਵਾਜ਼ ਦੇ ਵਿੱਚ ਬੋਲਣਾ। ਨੈਕਸਟ ਇਜ਼ yoke. It is a piece of wood placed across the necks of oxen pulling a cart or a plough. ਤਾਂ ਯੋਕ ਦਾ ਇੱਕ ਮਤਲਬ ਤਾਂ ਇਹ ਹੁੰਦਾ ਹੈ ਜਦੋਂ ਅਸੀਂ ਬਲਦਾਂ ਨੂੰ ਹਲ ਵਿੱਚ ਜੋਤਦੇ ਹਾਂ ਤਾਂ ਉਹਨਾਂ ਦੇ ਜੋਤਣ ਲਈ ਜਿਹੜਾ ਉਹਨਾਂ ਦੇ ਉੱਤੇ ਰੱਖਿਆ ਜਾਂਦਾ ਹੈ, ਉਸ ਚੀਜ਼ ਨੂੰ ਅਸੀਂ ਯੋਕ ਕਹਿੰਦੇ ਹਾਂ। ਸੈਕਿੰਡ ਮੀਨਿੰਗ ਆਫ ਯੋਕ ਇਜ਼ ਸਲੇਵਰੀ, ਦਾਸਤਾ। ਲੈਟਸ ਹੈਵ ਅ ਪ੍ਰੋਨਾਂਸੀਏਸ਼ਨ ਪ੍ਰੈਕਟਿਸ ਆਫ ਆਲ ਦ ਵਰਡਸ। ਸਪੀਕ ਵਿਦ ਮੀ। ਟੈਲੈਂਟ, ਡੈਥ ਟੂ ਹਾਈਡ, ਡੇ ਲੇਬਰ, murmur, yoke. Good. Let's move on.
This poem, On His Blindness, is a famous sonnet by John Milton. It was published in 1673. The sonnet is explicitly autobiographical. It captures Milton's deep anguish over the loss of his sight. The poet expresses his regret at his inability to produce a work of art commensurate with the excellent talents he is endowed with. ऑन हिज ब्लाइंडनेस एक बहुत ही मशहूर सोनेट है, जॉन मिल्टन ने लिखा है 1673 ਦੇ ਵਿੱਚ। ਇਹ ਆਟੋਬਾਇਓਗ੍ਰਾਫਿਕਲ ਹੈ। ਇਸ ਦਾ ਮਤਲਬ ਉਹਨਾਂ ਦੇ ਜੀਵਨ ਨਾਲ ਸੰਬੰਧਿਤ ਇੱਕ ਘਟਨਾ ਨਾਲ ਜੁੜਿਆ ਹੋਇਆ ਹੈ। 44 ਸਾਲ ਦੀ ਉਮਰ ਦੇ ਵਿੱਚ ਉਹਨਾਂ ਦੀ ਰੋਸ਼ਨੀ ਚਲੀ ਗਈ ਸੀ। ਉਸ ਸਮੇਂ ਇਹ ਸੋਨੇਟ ਉਹਨਾਂ ਨੇ ਲਿਖਿਆ। ਇਸ ਦੇ ਵਿੱਚ ਉਹਨਾਂ ਨੇ ਆਪਣਾ ਡੂੰਘਾ ਦੁੱਖ ਜ਼ਾਹਿਰ ਕੀਤਾ ਹੈ ਆਪਣੀ ਅੱਖਾਂ ਦੀ ਰੋਸ਼ਨੀ ਚਲੇ ਜਾਣ 'ਤੇ, ਔਰ ਉਹ ਇਸ ਗੱਲ 'ਤੇ ਬਹੁਤ ਜ਼ਿਆਦਾ ਪਛਤਾਵਾ ਮਹਿਸੂਸ ਕਰ ਰਹੇ ਨੇ ਕਿ ਅੰਨਾ ਹੋਣ ਕਰਕੇ ਜੋ ਪ੍ਰਮਾਤਮਾ ਨੇ ਮੈਨੂੰ ਇੱਕ ਗਿਫਟ ਦਿੱਤਾ ਹੈ ਕਵਿਤਾ ਲਿਖਣ ਦਾ, ਟੈਲੈਂਟ ਦਿੱਤਾ ਹੈ, ਹੁਨਰ ਦਿੱਤਾ ਹੈ, ਮੈਂ ਉਸ ਨੂੰ ਇਸਤੇਮਾਲ ਨਹੀਂ ਕਰ ਸਕਦਾ, ਔਰ ਮੈਂ ਆਪਣੇ ਇਸ ਐਕਸਲੈਂਟ ਹੁਨਰ ਦੇ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਕਲਾਤਮਕ ਕੰਮ ਨਹੀਂ ਕਰ ਪਾ ਰਿਹਾ। ਸੋ ਕਿਤੇ ਨਾ ਕਿਤੇ ਮੈਂ ਪਰਮਾਤਮਾ ਦਾ ਅਪਰਾਧੀ ਹਾਂ। So these are his feelings. Dear students, let me tell you about sonnet. Sonnet is a 14-lined poem and it has a special rhyme scheme. 12 lines are rhymed in a different way, while last 2 lines have a different rhyme. ਬੱਚਿਓ ਸੋਨੇਟ 14 ਲਾਈਨਾਂ ਦੀ ਇੱਕ ਕਵਿਤਾ ਹੁੰਦੀ ਹੈ, ਜਿਸ 'ਚ 12 ਲਾਈਨਾਂ ਦੀ ਸੁਰਤਾਲ ਹੈ ਜਿਹੜੀ ਉਹ ਵੱਖਰੇ ਤਰੀਕੇ ਨਾਲ ਹੁੰਦੀ ਹੈ, ਜਦੋਂ ਕਿ ਅਖੀਰ ਦੀਆਂ 2 ਲਾਈਨਾਂ ਦਾ ਜੋ ਰਾਈਮ ਸਕੀਮ ਹੁੰਦਾ ਹੈ, ਆਖਰੀ ਸਾਊਂਡਸ ਹੁੰਦੀਆਂ ਨੇ, ਉਹ ਵੱਖਰੀਆਂ ਹੁੰਦੀਆਂ ਨੇ। Let's enjoy the text. First I'll read the entire text for you, then I'll explain it. On his blindness. When I consider how my light is spent, ere half my days in this dark world and wide, and that one talent which is death to hide, lodged with me useless, though my soul more bent to serve therewith my Maker and present my true account, lest he returning chide, doth God exact day labour light denied? I fondly ask but patience to prevent, that murmur soon replies, God doth not need either man's work or his own gifts, who best bear his mild yoke, they serve him best. His state is kingly, thousands at his bidding speed, and post over land and ocean without rest. They also serve who stand and wait. So this is the complete beautiful sonnet in which the poet is talking about the loss of his sight. In the first few lines that you can see here, the poet is very sad at the loss of his eyesight, and he says that now half of his life is going to be in darkness only, and in this darkness he cannot use his talent of writing poems, and that is like a death to him. That is a spiritual death. He feels that he is useless. His soul is yearning to create beautiful poems because he wants to serve the Maker, God. But his present situation does not allow him to do so. So,
he rebukes himself कि what will God say? Will God be angry with me because I am not using the talent? But what can I do? God has denied light to my eyes. ਸੋ ਇਹਨਾਂ ਸਤਰਾਂ ਦੇ ਵਿੱਚ ਕਵੀ ਕਹਿ ਰਿਹਾ ਹੈ ਕਿ ਜਦੋਂ ਮੈਂ ਸੋਚਦਾ ਹਾਂ ਕਿ ਮੇਰੀ ਅੱਖਾਂ ਦੀ ਰੋਸ਼ਨੀ ਸਪੈਂਟ ਹੋ ਗਈ ਹੈ, ਖ਼ਤਮ ਹੋ ਗਈ ਹੈ, ਯੂਜ਼ਡ ਅਪ ਹੋ ਗਈ ਹੈ, ਤਾਂ ਪਹਿਲਾਂ ਦੇ ਮੇਰੇ ਜਿਹੜੇ ਦਿਨ ਸੀ ਉਹ ਬੀਤ ਗਏ ਨੇ। ਆਉਣ ਵਾਲੀ ਸਾਰੀ ਜ਼ਿੰਦਗੀ ਮੇਰੀ ਹਨੇਰੇ 'ਚ ਕੱਟਣ ਵਾਲੀ ਹੈ ਅਤੇ ਮੇਰਾ ਇੱਕੋ ਇੱਕ ਹੁਨਰ ਜੋ ਪਰਮਾਤਮਾ ਨੇ ਮੈਨੂੰ ਦਿੱਤਾ ਕਵਿਤਾਵਾਂ ਲਿਖਣ ਦਾ, ਉਹ ਬਿਨਾਂ ਇਸਤੇਮਾਲ ਕੀਤਿਆਂ ਹੀ ਮੇਰੇ ਨਾਲ ਮਰ ਜਾਣਾ ਅਤੇ ਇੱਕ ਤਰ੍ਹਾਂ ਨਾਲ ਮੇਰੀ ਇਹ ਅਧਿਆਤਮਿਕ ਮੌਤ ਹੁੰਦੀ ਜਾ ਰਹੀ ਹੈ। ਮੇਰੇ ਅੰਦਰ ਇਹ ਹੁਨਰ ਬਿਲਕੁਲ ਬੇਕਾਰ ਪਿਆ ਹੈ, ਜਦੋਂ ਕਿ ਮੇਰੀ ਆਤਮਾ ਤੜਪ ਰਹੀ ਹੈ ਕਿ ਮੈਂ ਕਵਿਤਾਵਾਂ ਲਿਖਾਂ ਅਤੇ ਆਪਣੇ ਸਿਰਜਣਹਾਰੇ ਪਰਮ ਪਿਤਾ ਪਰਮਾਤਮਾ ਦੀ ਸੇਵਾ ਕਰਾਂ। ਉਹ ਇਹ ਗੱਲਾਂ ਸੋਚਦਾ ਸੋਚਦਾ ਇੱਕ ਤਰ੍ਹਾਂ ਆਪਣੇ ਆਪ ਨੂੰ ਚਾਈਡ ਮਤਲਬ ਝਿੜਕਣਾ, ਕੀ ਪਰਮਾਤਮਾ ਮੇਰੇ ਨਾਲ ਨਾਰਾਜ਼ ਹੋਏਗਾ? ਕੀ ਉਹ ਮੈਨੂੰ ਝਿੜਕੇਗਾ ਕਿ ਮੈਂ ਇਹ ਕੰਮ ਕਿਉਂ ਨਹੀਂ ਕੀਤਾ? ਪਰ ਮੇਰੀ ਅੱਖਾਂ ਦੀ ਰੋਸ਼ਨੀ ਤਾਂ ਪਰਮਾਤਮਾ ਨੇ ਹੀ ਲਈ ਹੈ। Next lines. I fondly ask. The poet is saying that he is doing these stupid questions to his higher self. Now the poet's patience answers him. The poet's patience answers that God does not need either man's work or his own gifts. God is happy with all those people who want to serve him. If they are not in that condition in which they can serve, but they want to serve, even then God is happy. In fact, God is not a trivial human being. His state is kingly. God is like a king. Human beings cannot experience that vastness through their senses. And the patience of the poet says that thousands of spirits, good spirits, angels, they are at service of God. They are just waiting for one word by God, and they are ready to go on land, they are ready to go in the ocean, they are ready to go and serve God anywhere and serve whole humanity. A few can go and serve while many others are kept on wait. So God is happy with all those who serve actively as well as who wait for any work. And God is happy with all those who have accepted God's ways. And God is happy with all those who take pleasure and pain as a blessing. ਤਾਂ ਕਵੀ ਕਹਿੰਦਾ ਹੈ ਕਿ ਮੈਂ ਇੱਕ ਮੂਰਖਤਾ ਭਰਿਆ ਇਹ ਪ੍ਰਸ਼ਨ ਸੀ ਜਿਹੜਾ ਉਹ ਕੀਤਾ। ਇਸ ਦਾ ਜਵਾਬ ਦੇਣ ਵਾਸਤੇ ਮੇਰਾ ਸਬਰ ਸਾਹਮਣੇ ਆਇਆ, ਮੇਰੀ ਆਤਮਾ ਸਾਹਮਣੇ ਆਈ, ਪੇਸ਼ੈਂਸ। ਅਤੇ ਮੇਰੀ ਸਹਿਣ ਸ਼ਕਤੀ ਨੇ, ਪੇਸ਼ੈਂਸ ਨੇ, ਮੇਰੀ ਆਤਮਾ ਨੇ ਮੈਨੂੰ ਜਵਾਬ ਦਿੱਤਾ ਕਿ ਪਰਮਾਤਮਾ ਨੂੰ ਨਾ ਤਾਂ ਤੇਰੇ ਕੰਮਾਂ ਦੀ ਲੋੜ ਹੈ, ਨਾ ਪਰਮਾਤਮਾ ਨੂੰ ਤੇਰੀ ਕਿਸੇ ਸਰਵਿਸ ਦੀ, ਤੇਰੀ ਕਿਸੇ ਸੇਵਾ ਦੀ, ਨਾ ਹੀ ਪਰਮਾਤਮਾ ਨੂੰ ਆਪਣੇ ਵੱਲੋਂ ਦਿੱਤੇ ਹੋਏ ਗਿਫਟਸ ਦੀ ਕੋਈ ਇੰਨੀ ਫਿਕਰ ਹੈ। ਤੂੰ ਇੰਨੇ ਛੋਟੇ ਤਰੀਕੇ ਨਾਲ ਪਰਮਾਤਮਾ ਨੂੰ ਨਾ ਜਾਣ। ਪਰਮਾਤਮਾ ਦੀ ਰਜ਼ਾ 'ਚ ਜੋ ਰਾਜ਼ੀ ਰਹਿੰਦੇ ਹਨ ਉਹ ਸਭ ਤੋਂ ਵਧੀਆ ਸੇਵਾ ਕਰਦੇ ਹਨ। ਪਰਮਾਤਮਾ ਕੋਈ ਮਾਮੂਲੀ ਇਨਸਾਨ ਨਹੀਂ ਹੈ, ਉਹਦਾ ਇੱਕ ਬਹੁਤ ਵੱਡੇ ਸਮਰਾਟ ਵਰਗਾ ਹੈ, ਜਿਸ ਦੀ ਸੇਵਾ ਦੇ ਵਿੱਚ ਹਜ਼ਾਰਾਂ ਫਰਿਸ਼ਤੇ ਹਰ ਸਮੇਂ ਹੱਥ ਬੰਨ੍ਹ ਕੇ ਖੜ੍ਹੇ ਰਹਿੰਦੇ ਹਨ ਕਿ ਪਰਮਾਤਮਾ ਇੱਕ ਕੰਮ ਕਹੇ ਅਤੇ ਉਹ ਭੱਜੇ ਜਾਂਦੇ ਹਨ। ਆਕਾਸ਼ ਵਿੱਚ, ਪਤਾਲ ਵਿੱਚ, ਧਰਤੀ 'ਤੇ ਕਿਤੇ ਵੀ ਉਹ ਬਿਨਾਂ ਥੱਕੇ ਪਰਮਾਤਮਾ ਦੀ ਸੇਵਾ ਕਰਦੇ ਰਹਿੰਦੇ ਹਨ।
ਉੱਥੇ ਹੀ ਕੁਝ ਫਰਿਸ਼ਤੇ ਅਜਿਹੇ ਵੀ ਹਨ ਜੋ ਹੱਥ ਜੋੜ ਕੇ ਹਮੇਸ਼ਾ ਉਸ ਦੀ ਰਜ਼ਾ 'ਚ ਖੁਸ਼ ਖੜ੍ਹੇ ਰਹਿੰਦੇ ਹਨ ਅਤੇ ਇੰਤਜ਼ਾਰ ਕਰ ਰਹੇ ਹਨ ਕਿ ਕਦੋਂ ਸਾਨੂੰ ਹੁਕਮ ਹੋਵੇਗਾ ਅਤੇ ਅਸੀਂ ਪਰਮਾਤਮਾ ਦੀ ਸੇਵਾ ਕਰਾਂਗੇ। ਤਾਂ ਪਰਮਾਤਮਾ ਨੂੰ ਕੌਣ ਪਿਆਰਾ ਹੈ? ਪਰਮਾਤਮਾ ਨੂੰ ਸਾਰੇ ਹੀ ਪਿਆਰੇ ਹਨ। ਜੋ ਸੇਵਾ ਵਿੱਚ ਲੱਗੇ ਹਨ ਉਹ ਵੀ, ਅਤੇ ਜੋ ਖੜ੍ਹੇ ਇੰਤਜ਼ਾਰ ਕਰ ਰਹੇ ਹਨ ਉਹ ਵੀ। ਅਸਲ ਵਿੱਚ ਪਰਮਾਤਮਾ ਨੂੰ ਸਿਰਫ ਉਹੀ ਸਭ ਤੋਂ ਚੰਗੇ ਲੱਗਦੇ ਹਨ ਜੋ ਉਸ ਦੀ ਰਜ਼ਾ ਵਿੱਚ ਖੁਸ਼ ਰਹਿੰਦੇ ਹਨ। I hope you have understood the complete poem. Let's discuss central idea. The sonnet is autobiographical, as I told you earlier. It captures Milton's deep anguish over the loss of his sight. The poet expresses his regret at his inability to produce a work of art commensurate with the excellent talents he is endowed with. Like the servant in the biblical parable who was taken to task by his master for keeping unused the money given to him, the poet fears that he will be admonished by his maker for not doing his duty. But then an inner voice reminds him that God is not in need of man's services. Those willing servants who patiently wait on him probably serve him as much as those who run errands for him, and those who submit the will of God in all humility serve him best. ਸੋ ਇਸ ਕਵਿਤਾ ਦਾ ਕੇਂਦਰੀ ਭਾਵ ਇਸ ਤਰ੍ਹਾਂ ਹੈ। ਇਹ ਇੱਕ ਸੋਨੇਟ ਹੈ ਜੋ ਕਿ ਉਹਨਾਂ ਦੇ ਅਸਲੀ ਜੀਵਨ ਨਾਲ ਸੰਬੰਧਿਤ ਹੈ। ਇਸ ਸੋਨੇਟ ਦੇ ਵਿੱਚ ਮਿਲਟਨ ਆਪਣਾ ਡੂੰਘਾ ਦੁੱਖ ਜ਼ਾਹਿਰ ਕਰਦੇ ਹਨ ਆਪਣੀ ਨਿਗਾਹ ਚਲੇ ਜਾਣ 'ਤੇ, ਅਤੇ ਉਹ ਕਹਿੰਦੇ ਹਨ ਕਿ ਮੇਰੇ ਅੰਨੇ ਹੋ ਜਾਣ ਕਾਰਨ ਜਿੰਨੀ ਤਰ੍ਹਾਂ ਦੇ ਮੈਂ ਕਲਾਤਮਕ ਕੰਮ ਆਪਣੀਆਂ ਕਵਿਤਾ ਦੇ ਹੁਨਰ ਨਾਲ ਕਰ ਸਕਦਾ ਸੀ, ਜੋ ਕਿ ਮੈਨੂੰ ਪਰਮਾਤਮਾ ਨੇ ਬਖਸ਼ਿਆ ਹੈ, ਉਹ ਮੈਂ ਨਹੀਂ ਕਰ ਪਾ ਰਿਹਾ। ਅਤੇ ਇਸ ਦੇ ਪਿੱਛੇ ਆਧਾਰ ਕੀ ਹੈ? ਬਾਈਬਲ ਦੇ ਵਿੱਚ ਇੱਕ ਕਥਾ ਆਉਂਦੀ ਹੈ ਕਿ ਕਿਵੇਂ ਇੱਕ ਸਰਵੈਂਟ ਨਾਲ ਉਸਦਾ ਮਾਲਿਕ ਨਾਰਾਜ਼ ਹੋ ਜਾਂਦਾ ਹੈ, ਇੱਕ ਨੌਕਰ ਨਾਲ ਉਸਦਾ ਮਾਲਿਕ ਨਾਰਾਜ਼ ਹੋ ਜਾਂਦਾ ਹੈ, ਕਿਉਂਕਿ ਉਸ ਨੌਕਰ ਨੂੰ ਕੰਮ ਦਿੱਤਾ ਜਾਂਦਾ ਹੈ ਕਿ ਧਨ ਦੇ ਬਦਲੇ ਉਹਨੇ ਕੁਝ ਖਰੀਦ ਕੇ ਲੈ ਕੇ ਆਉਣਾ ਹੈ, ਅਤੇ ਜਦੋਂ ਉਹ ਕੰਮ ਨਹੀਂ ਕਰਦਾ ਅਤੇ ਸਾਰਾ ਨਾ ਵਰਤਿਆ ਹੋਇਆ ਪੈਸਾ ਮਾਲਿਕ ਦੇ ਸਾਹਮਣੇ ਆਉਂਦਾ ਹੈ ਤਾਂ ਉਸ ਦਾ ਮਾਲਿਕ ਉਸ ਨਾਲ ਨਾਰਾਜ਼ ਹੁੰਦਾ ਹੈ। ਸੋ ਇਸ ਕਥਾ ਦੇ ਆਧਾਰ 'ਤੇ ਕਵੀ ਡਰ ਰਿਹਾ ਹੈ, ਕਿਤੇ ਇਹ ਤਾਂ ਨਹੀਂ ਹੋਵੇਗਾ ਕਿ ਪਰਮਾਤਮਾ ਮੇਰੇ ਨਾਲ ਨਾਰਾਜ਼ ਹੋ ਜਾਏਗਾ ਕਿ ਮੈਂ ਆਪਣੀ ਕਵਿਤਾਵਾਂ ਦਾ ਹੁਨਰ ਇਸਤੇਮਾਲ ਨਹੀਂ ਕਰ ਰਿਹਾ। ਪਰ ਫਿਰ ਕਵੀ ਦੇ ਅੰਤਰ ਮਨ ਦੀ ਇੱਕ ਆਵਾਜ਼ ਆਉਂਦੀ ਹੈ ਜਿਹੜੀ ਉਸਨੂੰ ਯਾਦ ਕਰਾਉਂਦੀ ਹੈ ਕਿ ਪਰਮਾਤਮਾ ਨੂੰ ਤੁਹਾਡੀਆਂ ਸੇਵਾਵਾਂ ਦੀ ਕੋਈ ਜ਼ਰੂਰਤ ਨਹੀਂ ਹੈ। ਪਰਮਾਤਮਾ ਦੀ ਹੋਂਦ ਬਹੁਤ ਵਿਸ਼ਾਲ ਹੈ ਅਤੇ ਉਸ ਦੀ ਸੇਵਾ ਵਾਸਤੇ ਹਰ ਸਮੇਂ ਹਜ਼ਾਰਾਂ ਫਰਿਸ਼ਤੇ ਖੜ੍ਹੇ ਰਹਿੰਦੇ ਹਨ। ਹਜ਼ਾਰਾਂ ਫਰਿਸ਼ਤੇ ਉਹਨਾਂ ਦੀ ਇੱਕ ਬੋਲ ਦੇ ਉੱਤੇ ਧਰਤੀ ਪਤਾਲ ਇੱਕ ਕਰ ਦਿੰਦੇ ਹਨ ਸੇਵਾ ਕਰਨ ਲਈ। ਉੱਥੇ ਹੀ ਹਜ਼ਾਰਾਂ ਅਜਿਹੇ ਵੀ ਹਨ ਜੋ ਹੱਥ ਬੰਨ੍ਹ ਕੇ ਹਮੇਸ਼ਾ ਨਿਮਰਤਾ ਨਾਲ ਪਰਮਾਤਮਾ ਦੇ ਹੁਕਮ ਦਾ ਇੰਤਜ਼ਾਰ ਕਰਦੇ ਰਹਿੰਦੇ ਹਨ। ਪਰਮਾਤਮਾ ਨੂੰ ਸਭ ਤੋਂ ਪਿਆਰੇ ਆਪਣੇ ਉਹੀ ਬੱਚੇ ਲੱਗਦੇ ਹਨ ਜੋ ਉਸ ਦੀ ਰਜ਼ਾ 'ਚ ਖੁਸ਼ ਰਹਿੰਦੇ ਹਨ, ਕਿਉਂਕਿ ਪਰਮਾਤਮਾ ਜੋ ਵੀ ਕਰਦਾ ਹੈ ਆਪਣੇ ਬੱਚਿਆਂ ਦੀ ਭਲਾਈ ਲਈ ਕਰਦਾ ਹੈ। This was the central idea of the poem. Now the next section is comprehension questions. As usual, we'll get a stanza followed by questions. Read the lines given below and answer the questions that follow. The stanza that we have already discussed: when I consider how my light is spent, half my days in this dark world and white, and that one talent which is death to hide, lost with me unused. First question. In the first line, light is a dash. For vision, you have two options. Try to think the right answer. Alliteration, metaphor.
Okay, second question. The word spent means dash. Used up or alienated? Third question. Name the poet of this poem. Very easy. Number 4. What is the meaning of the word talent in the line and that one talent? So these are the questions. Dear students, try to answer the questions. Let's check. Question first. In the first line, light is a dash for vision. So what is it? You have been given two figures of speech, alliteration and metaphor. Answer. Here, light is a metaphor for vision. ਪਿਆਰੇ ਬੱਚੋ, ਇਸ ਤੋਂ ਪਹਿਲਾਂ ਵੀ ਇੱਕ ਕਵਿਤਾ ਦੇ ਵਿੱਚ ਅਸੀਂ ਸਾਰੇ ਫਿਗਰਸ ਆਫ ਸਪੀਚ ਡਿਸਕਸ ਕਰ ਚੁੱਕੇ ਹਾਂ। ਸੋ ਐਲਿਟਰੇਸ਼ਨ ਉਹ ਫਿਗਰ ਆਫ ਸਪੀਚ ਹੈ ਜਿਸ 'ਚ ਕੋਈ ਸਾਊਂਡ ਰਿਪੀਟ ਹੁੰਦੀ ਰਹਿੰਦੀ ਹੈ। ਫॉर एग्जाम्पल, sweet juices of summer suns, repetition of s sound. And metaphor is indirect comparison of two nouns. So here indirect comparison is there. So light is the right answer. ਤਾਂ ਬੱਚਿਓ ਐਲਿਟਰੇਸ਼ਨ ਉਹ ਹੁੰਦੀ ਹੈ ਜਿਸ 'ਚ ਕੋਈ ਸਾਊਂਡ ਰਿਪੀਟ ਹੁੰਦੀ ਰਹੇ, ਜਦੋਂ ਕਿ ਮੈਟਾਫਰ ਹੁੰਦਾ ਹੈ ਕਿਸੇ ਵੀ ਦੋ ਨਾਊਨਸ ਦਾ ਅਸਿੱਧੇ ਰੂਪ ਦੇ ਵਿੱਚ ਕੰਪੈਰੀਜ਼ਨ ਕਰਨਾ। ਸੋ ਇੱਥੇ ਕਵੀ ਨੇ ਜਿਹੜਾ ਲਾਈਟ ਸ਼ਬਦ ਇਸਤੇਮਾਲ ਕੀਤਾ, ਰੋਸ਼ਨੀ, ਉਸਨੂੰ ਕਿਸ ਨਾਲ ਕੰਪੇਅਰ ਕੀਤਾ ਹੈ? ਅੱਖਾਂ ਦੀ ਰੋਸ਼ਨੀ ਨਾਲ। ਸੋ ਲਾਈਟ ਇਜ਼ ਅ ਮੈਟਾਫਰ ਫॉर ਵਿਜ਼ਨ। ਗॉट इट? Number 2. The word spent means dash, used up or alienated. Used up means finished. Alienated means not feeling at home. Used up ਦਾ ਮਤਲਬ ਹੁੰਦਾ ਹੈ ਖਤਮ ਹੋ ਗਈ। Alienated ਦਾ meaning ਹੁੰਦਾ ਹੈ ਬੇਗਾਨਾ। So the poet has not talked about any kind of alienation. So the right answer is used up. The word spent means used up. ਇੱਥੇ spent ਸ਼ਬਦ ਦਾ ਮਤਲਬ ਹੈ ਖਤਮ ਹੋ ਗਈ। ਕੀ ਖਤਮ ਹੋ ਗਈ? ਅੱਖਾਂ ਦੀ ਰੋਸ਼ਨੀ। Next question is very easy. Name the poet of this poem. John Milton is the poet of this poem. Next, what is the meaning of the word talent in the line and that one talent? So what does talent mean in the first line? The meaning of talent in this line is talent of writing poetry, and this belongs to poet. So ਪਹਿਲੀ ਹੀ ਲਾਈਨ ਦੇ ਵਿੱਚ ਟੈਲੈਂਟ ਦਾ ਮਤਲਬ ਹੈ ਕਵੀ ਦਾ ਆਪਣਾ ਹੁਨਰ, ਕਵਿਤਾਵਾਂ ਲਿਖਣ ਦਾ। So similarly, we have another stanza. You are to read the lines given below and answer the questions that follow. And now the lines are, but patience to prevent that murmur soon replies, God doth not need either man's work or his gifts, who best bear his mild yoke serve him best. First question. Identify the figure of speech in the line, but patience to prevent that murmur soon replies. B. The speaker is about to murmur the question about whether God would be so cruel as to make impossible demands of work, but then who steps in to stop him? Third, what does patience say about God? Fourth, which line in the poem says, the one who accepts God's control over his own existence is the best servant of God? Let's answer all these questions. Question number 1. Identify the figure of speech in the line, but patience to prevent that murmur soon replies.
Dear students, when we give human qualities to inhuman things, at that time it is known as personification. Patience cannot talk like a human being, but in the poem, Patience is talking like a human being. So the technique used is personification. ਜਦੋਂ ਕੋਈ ਵੀ ਅਜਿਹਾ ਨਾਉਨ ਗੱਲ ਕਰਨ ਲੱਗੇ ਜੋ ਕਿ ਗੈਰ ਮਨੁੱਖੀ ਹੋਵੇ ਪਰ ਮਨੁੱਖ ਦੀ ਤਰ੍ਹਾਂ ਗੱਲਾਂ ਬਾਤਾਂ ਕਰ ਰਿਹਾ ਹੋਵੇ, ਉਸ ਟੈਕਨੀਕ ਨੂੰ ਅਸੀਂ ਪਰਸੋਨੀਫਿਕੇਸ਼ਨ ਕਹਿੰਦੇ ਹਾਂ। ਇੱਥੇ ਕਵੀ ਨੇ ਕਵਿਤਾ 'ਚ ਕਿਹਾ ਹੈ ਕਿ ਮੇਰੀ ਸਹਿਣ ਸ਼ਕਤੀ ਨੇ ਜਵਾਬ ਦਿੱਤਾ ਅਤੇ ਮੇਰੀ ਸਹਿਣ ਸ਼ਕਤੀ ਨੇ ਮੈਨੂੰ ਸਮਝਾਇਆ। ਸੋ ਸਹਿਣ ਸ਼ਕਤੀ ਨਾ ਬੋਲ ਸਕਦੀ ਹੈ, ਨਾ ਜਵਾਬ ਦੇ ਸਕਦੀ ਹੈ, ਨਾ ਸਮਝਾ ਸਕਦੀ ਹੈ, ਪਰ ਕਵਿਤਾ ਦੇ ਵਿੱਚ ਅਜਿਹਾ ਹੋ ਰਿਹਾ ਹੈ। ਇਸ ਟੈਕਨੀਕ ਨੂੰ ਅਸੀਂ ਕਹਿੰਦੇ ਹਾਂ ਪਰਸੋਨੀਫਿਕੇਸ਼ਨ। ਸੋ ਦ ਫਿਗਰ ਆਫ ਸਪੀਚ ਇਜ਼ ਪਰਸੋਨੀਫਿਕੇਸ਼ਨ। Second question. The speaker is about to murmur the question about whether God would be so cruel as to make impossible demands of work, but then who steps in to stop him? ਤਾਂ ਕਵੀ ਜਦੋਂ ਇਹ ਹੌਲੀ ਹੌਲੀ ਆਵਾਜ਼ ਦੇ ਵਿੱਚ ਬੋਲ ਰਿਹਾ ਹੈ ਅਤੇ ਹੁਣ ਇਸ ਤੋਂ ਅੱਗੇ ਉਹ ਇਹ ਪੁੱਛਣ ਵਾਲਾ ਸੀ ਕਿ ਕੀ ਪਰਮਾਤਮਾ ਇੰਨਾ ਜ਼ਾਲਿਮ ਹੈ ਕਿ ਉਸ ਨਾਲ ਨਾਰਾਜ਼ ਹੋਏਗਾ ਕਿ ਉਹ ਅੰਨਾ ਹੋਣ ਕਰਕੇ ਕਵਿਤਾਵਾਂ ਨਹੀਂ ਲਿਖ ਰਿਹਾ? ਤਾਂ ਕੌਣ ਆ ਜਾਂਦਾ ਹੈ ਵਿੱਚ ਉਸ ਦੀ ਇਸ ਗੱਲ ਨੂੰ ਰੋਕਣ ਲਈ? ਸੋ ਵੀ ਹੈਵ ਰੈਡ ਇਨ ਦ ਪੋਇਮ, ਦ ਪੇਸ਼ੈਂਸ ਸਟੈਪਸ ਇਨ ਟੂ ਸਟਾਪ ਦੈਟ ਮਰਮਰ। ਤਾਂ ਇਸ ਮੂਰਖਤਾ ਭਰੇ ਸਵਾਲਾਂ ਨੂੰ ਰੋਕਣ ਵਾਸਤੇ ਕੌਣ ਆ ਜਾਂਦਾ ਹੈ, ਵਿਚਕਾਰ ਆ ਕੇ ਟੋਕ ਦਿੰਦਾ ਹੈ? ਕਵੀ ਦੀ ਸਹਿਨਸ਼ੀਲਤਾ, ਪੇਸ਼ੈਂਸ। ਥਰਡ ਕੁਐਸਚਨ, ਵਾਟ ਡਜ਼ ਪੇਸ਼ੈਂਸ ਸੇ ਅਬਾਊਟ ਗੋਡ? ਸਹਿਨਸ਼ੀਲਤਾ ਪਰਮਾਤਮਾ ਬਾਰੇ ਕੀ ਕਹਿੰਦੀ ਹੈ? ਦ ਪੇਸ਼ੈਂਸ ਸੇਜ਼ ਦੈਟ ਗੋਡ ਡਜ਼ ਨਾਟ ਨੀਡ ਮੈਨਸ ਵਰਕ ਔਰ ਗਿਫਟਸ। ਤਾਂ ਸਹਿਨਸ਼ੀਲਤਾ ਦੱਸਦੀ ਹੈ ਕਿ ਪਰਮਾਤਮਾ ਨੂੰ ਨਾ ਹੀ ਸਾਡੇ ਕੰਮਾਂ ਦੀ ਲੋੜ ਹੈ ਅਤੇ ਨਾ ਹੀ ਉਸ ਦੇ ਆਪਣੇ ਗਿਫਟਸ ਵਾਪਸ ਲੈਣ ਦੀ। ਲਾਸਟ ਕੁਐਸਚਨ, which line in the poem means that the one who accepts God's control over his own existence is the best servant of God? ਸੋ ਇਹ ਅਰਥ ਹੈ। ਇਹ ਅਰਥ ਕਿਸ ਲਾਈਨ ਦਾ ਬਣਦਾ ਹੈ? ਅਰਥ ਕੀ ਹੈ ਕਿ ਜੋ ਪਰਮਾਤਮਾ ਦੀ ਰਜ਼ਾ 'ਚ ਖੁਸ਼ ਰਹਿੰਦੇ ਹਨ ਅਤੇ ਪਰਮਾਤਮਾ ਨੂੰ ਹੀ ਆਪਣੇ ਜੀਵਨ ਦੇ ਉੱਤੇ ਸਾਰੀਆਂ ਡੋਰਾਂ ਛੱਡ ਕੇ ਪੂਰਾ ਕਾਬੂ ਦੇ ਦਿੰਦੇ ਹਨ, ਉਹੀ ਉਸ ਦੇ ਸਭ ਤੋਂ ਵੱਡੇ ਸੇਵਕ ਹੁੰਦੇ ਹਨ। ਇਸ ਅਰਥ ਨਾਲ ਜੁੜੀ ਹੋਈ ਲਾਈਨ ਇਸ ਪੈਰੇ ਵਿੱਚ ਕਿਹੜੀ ਹੈ, ਇਸ ਸਟਾਂਜ਼ਾ ਵਿੱਚ ਕਿਹੜੀ ਹੈ? ਦ ਲਾਈਨ ਵਿਦ ਦਿਸ ਆਈਡੀਆ ਇਜ਼ ਬੀਅਰ ਹਿਜ਼ ਮਾਈਲਡ ਯੋਕ ਦੇ ਸਰਵ ਹਿਮ ਬੈਸਟ। ਜੋ ਪਰਮਾਤਮਾ ਦੀ ਰਜ਼ਾ 'ਚ ਖੁਸ਼ ਹੁੰਦੇ ਹਨ ਉਹੀ ਪਰਮਾਤਮਾ ਦੇ ਅਸਲੀ ਸੇਵਕ ਹਨ। Thank you so much for being with me. Have a beautiful day. Stay safe and happy.